बड़ा जरूरी विषय है जी। प्राप्त किवें होंदी है? ਜਿਹੜੇ 50 ਤੋਂ ਉੱਤੇ ਬੈਠੇ ਹੋਣ ਉਹਨਾਂ ਇੱਕ ਨਾਂ ਸੁਣਿਆ ਹੋਏਗਾ, ਰਾਗੀ ਸੁਰਜਨ ਸਿੰਘ। ਆਖੋ ਸਤਿਨਾਮ। ਇਹ ਮੈਂ ਪਹਿਲਾ ਟਾਈਮ ਉਹਨਾਂ ਦਾ ਬੋਲਣ ਲੱਗਾ। ਨਾਨਕਸਰ ਦੀ ਸਟੇਜ ਤੇ ਕੀਰਤਨ ਕਰ ਰਹੇ ਆ। ਬਾਬਾ ਈਸ਼ਰ ਸਿੰਘ ਦਾ ਸਮਾਂ, ਬਾਬਾ ਨਾਨਕ ਸਿੰਘ ਤੋਂ ਬਾਅਦ ਬਾਬਾ ਈਸ਼ਰ ਸਿੰਘ ਹੋਏ ਨੇ। ਬੜਾ ਸੋਹਣਾ ਸਮਾਂ ਵੱਜਿਆ। ਰਾਗੀ ਸੁਰਜਨ ਸਿੰਘ ਕੀਰਤਨ ਕਰ ਰਹੇ। ਬਾਬਾ ਈਸ਼ਰ ਸਿੰਘ ਜੀ ਦੀ ਨਜ਼ਰ ਕੱਪੜਿਆਂ ਤੇ ਗਈ ਤੇ ਕੁੜਤੇ ਤੇ 2 ਗਾਂਢੇ ਲੱਗੇ ਹੋਏ ਆ। ਮੈਂ ਬੜੀ ਸ਼ੌਟ 'ਚ ਕੀਰਤਨ ਦੀ ਸਮਾਪਤੀ ਕੀਤੀ ਤੇ ਜਦੋਂ ਜਾਣ ਲੱਗਿਆ ਫਿਰ ਕਮਰੇ 'ਚ ਪ੍ਰਸ਼ਾਦ ਤੇ ਬਾਬਾ ਜੀ ਨੇ ਵੈਸੇ ਪਿਆਰ ਨਾਲ ਕਹਿਤਾ, ਕਹਿੰਦੇ ਤੁਸੀਂ ਕੀਰਤਨੀ ਹੋ, ਗਾਂਢੇ ਵਾਲਾ ਕੁੜਤਾ ਸੋਭਾ ਨਹੀਂ ਦਿੰਦਾ, ਦੂਜਾ ਹੀ ਪਾਇਆ ਕਰੋ। ਉਹਨਾਂ ਸ਼ਰਮ ਨਹੀਂ ਕੀਤੀ ਤੇ ਕਹਿਤਾ। ਇਹ ਮੈਂ ਪਹਿਲਾ ਸਮਾਂ ਬੋਲ ਰਿਹਾ ਰਾਗੀ ਸੁਰਜਨ ਸਿੰਘ ਦਾ, ਬਾਅਦ ਵਾਲਾ ਬਾਅਦ 'ਚ ਬੋਲਾਂਗਾ। ਉਹਨਾਂ ਸ਼ਰਮ ਨਹੀਂ ਕੀਤੀ ਤੇ ਕਹਿਤਾ ਰਾਗੀ ਸੁਰਜਨ ਸਿੰਘ ਨੇ, ਕਹਿੰਦਾ ਬਾਬਾ ਜੀ ਮੈਨੂੰ ਬਹੁਤੇ ਪ੍ਰੋਗਰਾਮ ਨਹੀਂ ਆਉਂਦੇ। ਆਖੋ ਸਤਿਨਾਮ। ਮੈਨੂੰ ਬਹੁਤੇ ਪ੍ਰੋਗਰਾਮ ਨਹੀਂ ਆਉਂਦੇ ਤੇ ਘਰ ਦਾ ਗੁਜ਼ਾਰਾ ਜਿਹੜਾ ਫਿਰ ਉਹ ਇਸ ਤਰ੍ਹਾਂ ਹੀ ਹੈ ਵੀ ਬਜਾਏ ਨਵਾਂ ਕੁੜਤਾ ਪਜਾਮਾ ਲਈਏ ਵੀ ਪ੍ਰੋਗਰਾਮ ਬਹੁਤੇ ਆਉਂਦੇ ਨਹੀਂ ਤੇ ਵੀ ਇਹਦੇ ਨਾਲ ਹੋਰ 2 ਮਹੀਨੇ 3 ਮਹੀਨੇ ਨਿਕਲ ਜਾਣਗੇ, ਬਹੁਤੇ ਪ੍ਰੋਗਰਾਮ ਨਹੀਂ ਆਉਂਦੇ। ਸਾਧਨ ਮਸਾਂ ਰੋਟੀ ਪਾਣੀ। ਬਾਬਾ ਈਸ਼ਰ ਸਿੰਘ ਜੀ ਦੇ ਨੇਤਰ ਬੰਦ ਹੋ ਗਏ। 2 ਮਿੰਟ ਨੇਤਰ ਬੰਦ ਕਰਕੇ ਨਾ ਫਿਰ ਖੋਲੇ। 2 ਮਿੰਟ ਬਾਅਦ ਮੂੰਹ ਚੋਂ ਇੱਕ ਲਫ਼ਜ਼ ਨਿਕਲੇ, ਸਮਝ ਆ ਗਈ, ਸਮਝ ਆ ਗਈ, ਸਮਝ ਆ ਗਈ, ਸਮਝ ਆ ਗਈ। ਰਾਗੀ ਸੁਰਜਨ ਸਿੰਘ ਜੀ ਨੇ ਕਹਿਤਾ, ਮਹਾਰਾਜ ਕੀ ਸਮਝ ਆ ਗਈ ਮਹਾਂਪੁਰਸ਼? ਉਹ ਗੱਲ ਸੁਣਿਓ, ਤੁਹਾਡੇ ਕੰਮ ਆਉਣ ਵਾਲੀ ਹੈ। ਬਾਬਾ ਜੀ ਸਾਹਿਬ ਜੀ ਕਹਿੰਦੇ ਸਮਝ ਆ ਗਈ, ਸਮਝ ਆ ਗਈ। ਕਹਿੰਦੇ ਜੀ ਮਹਾਂਪੁਰਸ਼ੋਂ ਕੀ ਸਮਝ ਆ ਗਈ? ਕਹਿੰਦੇ ਉਹ ਰਾਗਾ ਸਿੰਘ ਜੀ ਜਿਹੜੀ ਦੁਕਾਨ 'ਚ ਸੌਦਾ ਹੀ ਨਾ ਹੋਵੇ ਗਾਹਕ ਕਿੱਥੋਂ ਆਵੇ? ਕਹਿ ਦਿਓ ਗੱਜ ਕੇ ਸਤਿਨਾਮ। ਵਾਹ। ਇਹ ਗੱਲ ਧਿਆਨ ਨਾਲ ਸੁਣਿਓ। ਜਿਹੜੀ ਦੁਕਾਨ 'ਚ ਸੌਦਾ ਹੀ ਨਾ ਹੋਵੇ, ਹੁਣ ਤੁਸੀਂ ਦਿੱਲੀ 'ਚ ਸ਼ੋਅਰੂਮ ਬਣਾ ਲਓ, ਐ ਸਜਾ ਸੂਰ ਹੋਵੇ, ਸੌਦਾ ਹੋਏਗਾ ਤੇ ਗਾਹਕ ਆਊ। ਆਖੋ ਸਤਿਨਾਮ। ਸੌਦਾ ਹੀ ਨਾ ਹੋਏਗਾ ਗਾਹਕ ਕਿਵੇਂ ਆਏਗਾ? ਬਾਬਾ ਈਸ਼ਰ ਸਿੰਘ ਕਹਿੰਦੇ ਜੀ ਜਿਹੜੀ ਦੁਕਾਨ 'ਚ ਸੌਦਾ ਹੀ ਨਾ ਹੋਵੇ ਗਾਹਕ ਕਿਵੇਂ ਆਵੇ? ਕਹਿਣ ਲੱਗੇ ਜੀ ਮੈਂ ਸਮਝਿਆ ਨਹੀਂ। ਕਹਿਣ ਲੱਗੇ ਰਾਗੀ ਸਿੰਘ ਜੀ, ਰਾਗਾ ਸਿੰਘ ਜੀ ਤੁਹਾਡੀ ਸਰੀਰ ਰੂਪੀ ਦੁਕਾਨ ਪੁੰਨਾਂ ਤੋਂ ਖਾਲੀ ਹੈ। ਕਹਿ ਦਿਓ ਗੱਜ ਕੇ ਸਤਿਨਾਮ। ਪੁੰਨਾਂ ਕਰਕੇ ਕੋ ਮਗਰ ਲੱਗਦਾ, ਪੁੰਨਾਂ ਕਰਕੇ ਸਾਰੀ ਖੇਡ ਹੈ। ਤੇ ਇਹ ਸਰੀਰ ਰੂਪੀ ਦੁਕਾਨ 'ਚ ਪੁੰਨ ਹੀ ਨਹੀਂ ਹੈਗੇ, ਪੁੰਨਾਂ ਤੋਂ ਬਗੈਰ। ਕਈ ਨੂੰਹਾਂ ਮਿਲਦੀਆਂ ਮੈਨੂੰ, ਵੀਰ ਜੀ ਘਰ 'ਚ ਸਾਡੀ ਇੱਜ਼ਤ ਨਹੀਂ, ਇਸ ਤਰ੍ਹਾਂ ਇਸ ਤਰ੍ਹਾਂ। ਤੇ ਇਹੀ ਕਹੀਦਾ ਪੁੰਨ ਬਣਾਓ। ਆਖੋ ਸਤਿਨਾਮ। ਪੁੰਨ ਬਣਾਓ। ਪੁੰਨਾਂ ਕਰਕੇ ਤੁਸੀਂ ਸਾਰੀਆਂ ਕੀਰਤਨ ਕਰਨ ਵਾਲੀਆਂ ਜੇ ਉਸ ਭਗਤ ਧਰੂਆ ਜੀ ਗੱਲ ਸੁਣਦੇ ਹੁੰਦੇ ਹੋ ਤੁਸੀਂ? ਭਾਈ ਗੁਰਦਾਸ ਜੀ ਦੀ ਵਾਰ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋਂ ਲਿੱਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ। ਆਪਣੀ ਮਾਂ ਨੂੰ ਕਹਿੰਦਾ ਤੂੰ ਰਾਣੀ ਹੈ ਕਿ ਗੋਲੀ? ਰਾਜੇ ਦੀ ਮੈਂ ਗੋਦੀ 'ਚ ਬੈਠਾ ਤੇ ਮੈਨੂੰ ਰਾਜੇ ਦੀ ਦੂਜੀ ਵਹੁਟੀ ਨੇ ਚੁੱਕ ਕੇ ਬਾਹਰ ਮਾਰਿਆ। ਤੂੰ ਸਵਾਣੀ ਹੈ ਕਿ ਸਰੀਤਾ? ਤੂੰ ਗੋਲੀ ਹੈ ਕਿ ਰਾਣੀ ਹੈ? ਡੱਡੋਂ ਲਿੱਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ?
ਉਹਨੇ ਕੀ ਜਵਾਬ ਦਿੱਤਾ? ਸਵਾਣੀ ਹਾਂ ਮੈਂ ਜਨਮ ਦੀ, ਹੈਗੀ ਮੈਂ ਰਾਣੀ ਆ, ਮੇਰੀ ਕੁੱਖ ਜੋ ਜਨਮਿਆ ਮੈਂ ਉਹਦੀ ਰਾਣੀ ਆ, ਪਰ ਮੇਰੇ ਪੁੰਨ ਮੁੱਕ ਗਏ। ਆਖੋ ਸਤਿਨਾਮ। ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਕਿ ਸੁਦਮ ਤੇ ਰਾਜ ਮਿਲੇ, ਸ਼ਤਰੂ ਤੇ ਹੋਵਨ ਸਭ ਮੀਤਾ। ਉਹਨੇ ਆਖਿਆ ਕਿ ਸੁਦਮ ਤੇ ਰਾਜ ਮਿਲੇ, ਸ਼ਤਰੂ ਤੇ ਹੋਵਨ ਸਭ ਮੀਤਾ। ਮਾਂ ਨੇ ਆਖਿਆ ਬੇਟਾ ਨਾਮ ਕਰਕੇ ਹੀ ਸਤਕਾਰ ਹੈ, ਬੰਦਗੀ ਕਰਕੇ ਹੀ। ਮੈਂ ਵੀ ਨਾਮ ਨਹੀਂ ਜਪਿਆ, ਮੇਰੇ ਪੁੰਨ ਮੁੱਕ ਗਏ, ਰਾਣੀ ਹੁੰਦਿਆਂ ਵੀ ਗੋਲੀ ਬਣ ਕੇ ਟਾਈਮ ਕੱਟ ਰਹੀਆਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵਾਹ। ਮਹਾਂਪੁਰਸ਼ ਕਹਿੰਦੇ ਵੀ ਜਿਹੜੀ ਦੁਕਾਨ 'ਚ ਸੌਦਾ ਹੀ ਨਾ ਹੋਵੇ ਗਾਹ ਕਿਵੇਂ ਆਵੇ? ਜੀ ਮੈਂ ਸਮਝਿਆ ਨਹੀਂ। ਕਹਿੰਦੇ ਸਰੀਰ ਰੂਪੀ ਦੁਕਾਨ ਪੁੰਨਾਂ ਤੋਂ ਖਾਲੀ ਹੈ। ਉਹ ਪਤਾ ਨਹੀਂ ਰਾਗੀ ਸੁਰਜਨ ਸਿੰਘ ਜੀ ਉਹ ਕਿਸੇ ਵੇਲੇ ਹੁੰਦਾ ਨਾ ਵੀ ਬਸ ਅੰਦਰ ਆਇਆ ਹੁੰਦਾ ਵੀ ਝਗੇ ਨਹੀਂ। ਤੇ ਆ ਸੀਨ ਵੇਖਿਓ, ਕਹਿੰਦੇ ਮਹਾਂਪੁਰਸ਼ੋ ਜੇ ਬਿਮਾਰੀ ਲੱਭ ਪਈ ਤੇ ਦਵਾਈ ਵੀ ਦੇ ਦਿਓ। ਕਹਿ ਦਿਓ ਗੱਜ ਕੇ ਸਾਥ, ਜੇ ਬਿਮਾਰੀ ਲੱਭ ਲਈ ਤੇ ਦਵਾਈ ਵੀ ਦੇ ਦਿਓ। ਤੇ ਅੱਗੋਂ ਮਹਾਂਪੁਰਸ਼ ਕਹਿੰਦੇ ਕੌੜੀ ਬੜੀ ਹੈ, ਖਾ ਲੋਗੇ, ਉਂਝ ਮਿੱਠੀ ਹੈ ਪਰ ਸ਼ੁਰੂ ਤੋਂ ਕੌੜੀ ਲੱਗਦੀ। ਆਖੋ ਸਤਿਨਾਮ। ਆਖਣ ਔਖਾ ਸੱਚਾ ਨਾਮ, ਅੱਛਾ ਨਾਮ। ਫਿਰ ਇੱਕ ਟਾਈਮ ਆਉਂਦਾ ਸੰਤ ਸੰਗ ਅੰਤਰ ਪਰ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਦੋਵੇਂ ਗੱਲਾਂ ਲਿਖੀਆਂ ਗੁਰੂ ਗ੍ਰੰਥ ਸਾਹਿਬ। ਔਖਾ ਵੀ ਹੈ ਤੇ ਮਿੱਠਾ ਵੀ ਲੱਗਦਾ। ਆਖੋ ਸਤਿਨਾਮ। ਇੱਕ ਟਾਈਮ ਆਉਂਦਾ ਫਿਰ ਮਿੱਠਾ ਲੱਗਣ ਲੱਗ ਪੈਂਦਾ, ਪਹਿਲੇ ਔਖਾ ਲੱਗਦਾ। ਕਈ ਵਾਰੀ ਬੱਚੇ ਨੂੰ ਧੱਕੇ ਨਾਲ ਕਹਿਣਾ ਪੈਂਦਾ, ਜਪਜੀ ਸਾਹਿਬ ਦਾ ਪਾਠ ਕਰ, ਉਦੋਂ ਔਖਾ ਲੱਗਦਾ। ਇੱਕ ਟਾਈਮ ਆਉਂਦਾ ਫਿਰ ਮਿੱਠਾ ਲੱਗਦਾ। ਮਹਾਂਪੁਰਸ਼ ਕਹਿੰਦੇ ਵੀ ਦਵਾਈ ਖਾ ਲੋਗੇ। ਹੁਣ ਮੈਂ ਗੱਲ ਛੋਟੀ ਕਰਾਂ ਵੀ ਦਿਆਲਤਾ ਮਿਲਦੀ ਕਿਵੇਂ ਹੈ? ਕਹਿਣ ਲੱਗੇ ਜੀ ਖਾਵਾਂਗੇ। ਬਾਬਾ ਈਸ਼ਰ ਸਿੰਘ ਜੀ ਨੇ ਜੀ ਆਹ ਜਾਪ ਦਿੱਤਾ, ਇੱਕ ਓਂਕਾਰ ਤੋਂ ਨਾਨਕ ਹੋਸੀ ਵੀ ਸੱਚ। ਮੈਂ ਗਾ ਕੇ ਬੋਲਣਾ ਸੀ, ਟਾਈਮ ਬਚਾ ਰਹੇ ਹਾਂ। ਇਹ ਬੋਲਣਾ ਇੱਕ ਓਂਕਾਰ ਤੋਂ ਨਾਨਕ ਹੋਸੀ ਵੀ ਸੱਚ, ਤੇ ਦੂਸਰਾ ਅੱਗੋਂ ਫਿਰ ਇਹ ਬੋਲਣਾ ਚਤਰ ਦਿਸਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਇਹ ਸਾਰਾ ਸ਼ਬਦ ਅਖੀਰਲੀਆਂ ਪੰਕਤੀਆਂ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖ ਤੇ ਜੋ ਬੋਲੇ ਇਆਂ ਉਆਂ। ਸਾਰਾ ਸ਼ਬਦ ਚਤਰ ਦਿਸਾ ਤੋਂ ਸ਼ੁਰੂ ਹੁੰਦਾ। ਦੋ ਹੋ ਗਏ ਜੀ। ਤੀਜਾ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਜੀ, ਤੇ ਚੌਥਾ ਦਸਾਂ ਪਾਤਸ਼ਾਹੀਆਂ ਚੋਂ ਕੋਈ ਨਾ, ਜਿੱਥੇ ਧਿਆਨ ਧਰਦੇ ਆ ਜੋਤ ਇੱਕੋ ਹੀ ਹੈ। ਆਖੋ ਸਤਨਾਮ। ਇਹਨੂੰ ਸੰਪਟ ਕਹਿੰਦੇ। ਮਹਾਂਪੁਰਸ਼ ਕਹਿੰਦੇ ਆ ਕਿਉਂ ਕਰ ਦੋ ਨਾਨਕ ਹੋਸੀ ਵੀ ਸੱਚ, ਚਤਰ ਦਸ ਵਾਲਾ ਸ਼ਬਦ ਸਤਨਾਮ ਸ੍ਰੀ ਵਾਹਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਜਿੱਥੇ ਜੋਤ ਇੱਕੋ ਹੀ ਹੈ। ਕਹਿਣ ਲੱਗੇ 1.25 ਲੱਖ ਜਾਪ ਕਰਨਾ। 40 ਦਿਨ 'ਚ ਕਰ ਲਓ, 2 ਮਹੀਨੇ 'ਚ ਕਰ ਲਓ, 3 ਮਹੀਨੇ 'ਚ ਕਰ ਲਓ, 2.5 'ਚ ਕਰ ਲਓ। ਇਹ 1.25 ਲੱਖ ਜਾਪ ਕਰਨਾ। ਖਾ ਲੋਗੇ ਦਵਾਈ? ਇਹ ਦਿਆਲਤਾ ਮਿਲਦੀ ਕਿਵੇਂ ਹੈ ਜੀ? ਮੈਂ ਪੂਰਾ ਯਤਨ, ਪ੍ਰਸ਼ਾਦ ਦਿੱਤਾ, ਤੋਰਿਆ। ਰਾਗੀ ਸੁਰਜਨ ਸਿੰਘ ਜੀ ਨੇ ਘਰਦਿਆਂ ਨੂੰ ਨਾ ਉੱਤੇ ਨਿੱਘਾ ਜਿਹਾ ਕਮਰਾ ਖਾਲੀ ਕਰਾ ਲਿਆ, ਆਸਣ ਲਾ ਲਿਆ, ਤੇ ਘਰਦਿਆਂ ਨੂੰ ਕਹਿ ਦਿੱਤਾ ਵੀ ਮੈਨੂੰ ਹੁਣ ਕੋਈ ਕੰਮ ਨਾ ਕਹਿਣਾ। ਮੈਂ ਮਹਾਂਪੁਰਸ਼ਾਂ ਨੇ ਦਵਾਈ ਦਿੱਤੀ। ਉਹ 2.5-3 ਮਹੀਨਿਆਂ 'ਚ ਜੀ 1.25 ਲੱਖ ਜਾਪ ਦੀ ਹਾਜ਼ਰੀ ਲਾਈ। ਦੇਗ ਲੈ ਕੇ ਸ਼ੁਕਰਾਨਾ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ। ਉਹਦੇ ਨਾਲ ਅੰਦਰ ਰਸ ਚੱਲ ਪਿਆ, ਨੇਮ ਵੱਧ ਗਿਆ। ਹੁਣ ਨਿਕਲੇ ਕੀਰਤਨ ਕਰਨ। ਦੇਖੋ ਪੁੰਨ ਪੈ ਗਏ ਨੇ, ਪੁੰਨ ਸਰੀਰ ਰੂਪੀ ਦੁਕਾਨ 'ਚ ਪੁੰਨ ਪੈ ਗਏ। ਇਹ ਹੁਣ ਜਿਹੜੇ 50 ਸਾਲ ਤੋਂ ਉੱਤੇ ਬੈਠੇ ਆ, ਉਹਨਾਂ ਨੂੰ ਪਤਾ। ਮੈਨੂੰ ਵੀ, ਮੈਂ ਵੀ ਆਪਣੀ ਹੋਸ਼ 'ਚ, ਉਦੋਂ ਨਾ ਮੋਬਾਇਲ ਹੁੰਦੇ ਸੀ, ਨਾ TV ਹੁੰਦੇ ਸੀ, ਨਾ ਹੀ ਕੋਈ ਸਾਧਨ ਹੁੰਦਾ ਸੀ।
ਸਿਰਫ ਰੇਡੀਓ ਤੋਂ ਆਸਾ ਜੀ ਦੀ ਵਾਰ ਦੇ 6 ਛੱਕੇ ਆਉਂਦੇ ਹੁੰਦੇ ਸੀ ਐਤਵਾਰ। ਆਖੋ ਸਤਨਾਮ। ਤੇ ਜਾਂ ਅੱਧਾ ਘੰਟਾ ਦਰਬਾਰ ਸਾਹਿਬ ਦਾ ਪ੍ਰੋਗਰਾਮ, ਉਹ ਵੀ ਮੋਰਚਾ ਲਾਉਣਾ ਪਿਆ ਵੀ। ਤੇ ਹੁਣ ਵੇਖ ਲਓ ਕਿੰਨਾ ਕੁਝ ਆ ਗਿਆ। ਆਖੋ ਸਤਨਾਮ। ਇੱਕ ਟਾਈਮ ਅਸੀਂ ਵੀ ਅੱਧੇ ਘੰਟੇ 'ਚ ਰੇਡੀਓ ਦਾ ਦਰਬਾਰ ਸਾਹਿਬ ਦਾ ਪ੍ਰੋਗਰਾਮ ਆਵੇ, ਉਹਦੇ ਪਿੱਛੇ ਮੋਰਚਾ ਲਾਉਣਾ ਪਿਆ। ਇਹ ਮੇਰੀ ਹੋਚ ਦੀ ਗੱਲ ਹੈ। ਚਲੋ ਗੱਲ ਸੁਣਿਓ ਜੀ। ਰਾਗੀ ਸੁਰਜਨ ਸਿੰਘ ਜੀ ਹੁਣ ਕੀਰਤਨ ਕਰਨ ਨਿਕਲੇ ਜੀ, ਤੇ ਇੱਕ ਘਰ ਕੀਰਤਨ ਕੀਤਾ 200-250 ਸੰਗਤ, ਤੇ ਰਸ ਬੜਾ। ਤੇ ਜਦੋਂ ਸਮਾਪਤੀ ਹੋਈ ਨਾ, ਸੰਗਤ ਚੋਂ ਹੀ ਉੱਠ ਕੇ ਇੱਕ ਪ੍ਰੇਮੀ ਆ ਗਿਆ, ਤੇ ਆ ਕੇ ਕਹਿੰਦਾ ਜੀ ਮੈਨੂੰ ਰਸ ਬੜਾ ਆਇਆ ਤੁਹਾਡੇ ਕੀਰਤਨ ਚੋਂ, ਤੇ ਤੁਹਾਡੇ ਸਾਜ਼ ਮੈਂ ਚੁੱਕ ਕੇ ਛੱਡ ਕੇ ਆਉਣੇ ਆ ਤੁਹਾਡੀ ਗੱਡੀ ਤੱਕ। ਤੇ ਰਾਗੀ ਸੁਰਜਨ ਸਿੰਘ ਹੱਸ ਪਏ, ਕਹਿੰਦੇ ਅਸੀਂ ਗੱਡੀ ਵਾਲੇ ਨਹੀਂ ਹੈਗੇ, ਅਸੀਂ ਤੇ ਟਾਂਗੇ ਤੇ ਆਨੇ ਆ। ਉਦੋਂ ਟਾਂਗੇ ਹੁੰਦੇ ਸੀ। ਕਹਿੰਦੇ ਭਾਈ ਅਸੀਂ ਤੇ ਟਾਂਗੇ ਤੇ ਆਨੇ ਆ, ਗੱਡੀਆਂ ਵਾਲੇ ਨਹੀਂ। ਉਹ ਜਿਹੜਾ ਪ੍ਰਭਾਵਿਤ ਹੋਇਆ ਸੀ ਨਾ ਸੰਗਤ ਵਿੱਚੋਂ ਕੀਰਤਨ ਸੁਣ ਕੇ, ਉਹ ਐਡਾ ਕਹਿੰਦਾ ਮੈਨੂੰ ਰਸ ਆਇਆ। ਉਹਨੇ ਜੀ ਚਾਬੀ ਕੱਢੀ ਜੇਬ ਚੋਂ, ਕਹਿੰਦਾ ਜੀ ਅੱਜ ਤੋਂ ਬਾਅਦ ਮੇਰੀ ਗੱਡੀ ਤੁਹਾਡੀ ਹੋਈ, ਤੁਸੀਂ ਟਾਂਗੇ ਤੇ ਨਹੀਂ ਆਉਣਾ, ਅੱਜ ਤੋਂ ਬਾਅਦ ਕਾਰ ਤੇ ਆਉਣਾ, ਕਾਰ ਤੇ ਜਾਣਾ। ਪੁੰਨ ਵੱਧ ਗਏ। ਰਾਗੀ ਸੁਰਜਨ ਸਿੰਘ ਜੀ ਨੇ ਚਾਬੀ ਵਾਪਸ ਦੇਤੀ। ਕਹਿੰਦੇ ਜੀ ਵਾਪਸ ਦੇ ਰਹੇ ਹੋ? ਕਹਿੰਦੇ ਗੱਡੀ ਹੈ ਨਾ ਮੇਰੇ ਵਾਸਤੇ ਚਿੱਟਾ ਹਾਥੀ ਹੈ, ਹਾਥੀ ਬੂਹੇ ਬੰਨਣਾ ਸੌਖਾ। ਆਖੋ ਸਤਨਾਮ। ਤੇਲ ਵੀ ਚਾਹੀਦਾ, ਡਰਾਈਵਰ ਵੀ। ਕਹਿੰਦੇ ਜੀ ਮੈਂ ਗੱਡੀ ਨਹੀਂ। ਉਹ ਇੰਨਾ ਪ੍ਰਭਾਵਿਤ ਹੋਇਆ, ਉਹਨੇ ਆਪਣਾ ਕਾਰਡ ਕੱਢਿਆ, ਸਾਈਨ ਮਾਰੇ, ਕਹਿਣ ਲੱਗਾ ਜੀ ਫਲਾਣੇ ਪੈਟਰੋਲ ਪੰਪ ਤੇ ਮੇਰਾ ਕਾਰਡ ਵਿਖਾਣਾ, ਜੋ ਮਹੀਨੇ ਬਾਅਦ ਬਿੱਲ ਮੈਂ ਆਪੇ ਦਿਆਂਗਾ, ਤੇਲ ਜਦੋਂ ਲੋੜ ਹੋਵੇ ਉੱਥੋਂ ਪਵਾਉਣਾ, ਤੇ ਅੱਜ ਤੋਂ ਬਾਅਦ ਮੇਰਾ ਡਰਾਈਵਰ ਤੁਹਾਡਾ ਡਰਾਈਵਰ, ਮੈਂ ਆਪਣੇ ਡਰਾਈਵਰ ਨੂੰ ਆਪੇ ਤਨਖਾਹ ਦਿਆਂਗਾ, ਗੱਡੀ ਤੁਹਾਡੀ ਚਲਾਏ। ਰਾਗੀ ਸੁਰਜਨ ਸਿੰਘ ਫੁੱਟ ਰੋ ਪਏ। ਉਹ ਕਹਿੰਦੇ ਤੇਰੀ ਬਾਣੀ 'ਚ ਇੰਨੀ ਤਾਕਤ ਹੈ, ਇਸ ਸ਼ਬਦ ਵਿੱਚ ਇੰਨੀ ਤਾਕਤ ਹੈ, ਮੈਂ ਉਹ ਜਿਹੜਾ ਗਾਂਢੇ ਵਾਲਾ ਕੁੜਤਾ ਪਾਉਣ ਵਾਲਾ, ਅੱਜ ਲੋਕੀ ਗੱਡੀਆਂ ਵੀ ਪੈਟਰੋਲ ਵੀ ਡਰਾਈਵਰ ਵੀ ਦੇ ਰਹੇ ਐ, ਇਹਨੂੰ ਕੀ ਕਹੋਗੇ? ਉਹ ਜਾਪ ਦਾ ਸਦਕਾ, ਜਪ ਤਪ ਦਾ ਸਦਕਾ ਦਿਆਲਤਾ ਚੱਲ ਕੇ ਆ ਗਈ। ਦਿਆਲਤਾ। ਇੱਥੇ ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਹੈ, ਜਾਂ 50-55 ਸਾਲ ਤੋਂ ਉੱਤੇ ਬੈਠੇ, ਉਹਨਾਂ ਨੂੰ ਪਤਾ ਵੀ ਇੱਕ ਟਾਈਮ ਇਹੋ ਜਿਹਾ ਆ ਗਿਆ ਰਾਗੀ ਸੁਰਜਨ ਸਿੰਘ ਜੀ ਦਾ, ਕਿ ਹੁਣ ਇੱਕ ਟਾਈਮ ਉਹ ਵੇਖ ਲਓ ਗਾਂਡੇ ਵਾਲੇ ਕੁੜਤੇ ਤੇ ਐਤਵਾਰ ਆਸਾ ਜੀ ਦੀ ਵਾਰ ਰਾਗੀ ਸੁਰਜਨ ਸਿੰਘ, ਤੇ ਸੰਗਤਾਂ ਉਹ ਡੀਕਦੀਆਂ ਸੀ ਕਿ ਉਦੋਂ ਦੂਜੇ ਸਾਧਨ ਹੈ ਹੀ ਨਹੀਂ ਸੀ, ਜਾਂ ਉਹ ਕਾਲੇ ਜਿਹੇ ਤਵੇ ਵਰਗੇ ਰਿਕਾਰਡ ਹੁੰਦੇ ਸੀ, ਸੋਈ ਲਾ ਕੇ ਤੇ ਚਲਾਉਣੀ। ਆਖੋ ਸਤਨਾਮ। ਉਡੀਕਦੇ ਸਨ ਲੋਕੀ ਵੀ ਰੇਡੀਓ ਤੋਂ ਅੱਜ ਆਸਾ ਜੀ ਵਾਰ ਆਉਣੀ ਹੈ, ਵੀ ਕਿੱਥੇ ਉਹ ਸਮਾਂ ਤੇ ਕਿੱਥੇ ਉਹ ਸਮਾਂ। ਤੇ ਉਹ ਸਮੇਂ ਦਾ ਉਹ ਸਮਾਂ ਬਣਾਇਆ ਕਿੰਨੇ? ਗੁਰਬਾਣੀ ਨੇ। ਆਖੋ ਸਤਨਾਮ। ਦਿਆਲਤਾ ਮਿਲਦੀ ਕਿਵੇਂ? ਗੁਰਬਾਣੀ ਦਾ ਸਦਕਾ। ਇੱਕ ਅੱਧਾ ਜ਼ਿਕਰ ਹੋਰ ਕਰਕੇ ਐਂ ਕਿਰਪਾ ਕਰਿਓ ਜੀ, ਪੜ੍ਹ ਲਓ ਇੱਕ ਵਾਰੀ ਜੀ। ਗੁਰੂ ਨਾਨਕ ਜਾਂ ਕੋ ਪਿਆ ਦਇਆਲਾ, ਗੁਰੂ ਨਾਨਕ ਜਾਂ ਕੋ ਪਿਆ ਦਇਆਲਾ, ਸੋ ਜਨ ਹੋਆ ਸਦਾ ਨਿਹਾਲਾ, ਸੋ ਜਨ ਹੋਆ ਸਦਾ ਨਿਹਾਲਾ। ਵਾਹਿਗੁਰੂ 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 ਸਾਰੇ। ਵਾਹਿਗੁਰੂ ਵਾਹਿਗੁਰੂ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਜਾਂ ਤੂੰ ਤੋਦ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਸਭ ਕਿਛ ਲਖਮੀ ਟੋਟ ਨਾ ਆਵਈ,
ਲੇਖਾ ਏ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ। ਏ ਵੈਰੀ ਆਹਾ ਲੱਖ 84 ਮੇਦਨੀ ਸਭ ਸੇਵ ਕਰਨ ਦਾ। ਵਾਹ ਏ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ। ਓ ਜੀ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ। ਜੀ ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ। ਆਨੰਦ ਜਿੱਥੇ ਆਣਾ ਹੁਣ ਪੰਕਤੀ ਆਈ ਹੈ ਖੀਰਲੀ। ਖੀਰਲੀ ਪੰਕਤੀ ਕੀ? ਸਭ ਕਾਜ ਸਵਾਰੀਏ ਜਾਂ ਤੁਧ ਪਾਵੰਦਾ। ਸਭ ਕਾਜ ਇੱਕ ਤੂੰ ਦਿਆਲ ਹੋ ਜੇ। ਓ ਸਭ ਕਾਜ ਸਵਾਰੀਏ ਜਾਂ ਤੁਧ ਭਾਵੰਦਾ। ਕਾਜ ਸਵਾਰੀਏ ਜਾਂ ਤੁਧ ਭਾਵੰਦਾ। ਗੁਰੂ ਨਾਨਕ ਜਾਂ ਕੋ ਪਿਆ ਦਇਆਲਾ। ਗੁਰੂ ਨਾਨਕ ਜਾਂ ਕੋ ਪਿਆ ਦਇਆਲਾ। ਦਿਆਲਤਾ ਮਿਲਦੀ ਕਿਵੇਂ? ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਹੱਥ ਤੇ ਹੱਥ ਧਰ ਕੇ ਨਹੀਂ ਮਿਲਦੀ। ਗੁਰਬਾਣੀ ਦਾ ਨੇਮ ਵਧਾ ਦਿਓ, ਗੱਜ ਕੇ ਆਖੋ ਸਤਿਨਾਮ। ਦਿਆਲਤਾ ਚੱਲ ਕੇ ਆ ਜਾਏਗੀ।